ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਸਾਡੇ ਪੰਜਾਬ ਦੇ ਪਾਣੀ ਗੰਦਲੇ ਹੋ ਰਹੇ ਨੇ, ਪ੍ਰਦੂਸ਼ਣ ਜਿਹੜਾ ਹੈਗਾ ਉਹ ਲਗਾਤਾਰ ਵਧਦਾ ਪਿਆ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਦੀਵਾਲੀ ਵੀ ਨੇੜੇ ਹੈਗੀ ਹੈ ਤੇ ਦੂਜੇ ਪਾਸੇ ਪਰਾਲੀ ਜਿਹੜੀ ਸਾੜਨ ਦਾ ਸਿਲਸਿਲਾ ਵੀ ਕਿਸਾਨਾਂ ਦੇ ਵੱਲੋਂ ਬਾਦਸਤੂਰ ਜਾਰੀ ਹੈ। ਪ੍ਰਦੂਸ਼ਣ ਇੰਨਾ ਕੁ ਫੈਲ ਚੁੱਕਿਆ ਹੈ ਕਿ ਜਿਹੜੇ ਚੰਗੇ ਲੋਕ ਨੇ, ਵਿਦਵਾਨ ਨੇ, ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਕਿ ਜੇਕਰ ਅਸੀਂ ਇਹਨੂੰ ਨਹੀਂ ਰੋਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਹ ਦੁੱਖ ਵੱਡਾ ਜਿਹੜਾ ਹੈਗਾ ਭੋਗਣਾ ਪਵੇਗਾ। ਸਾਡੇ ਨਾਲ ਮੈਡਮ ਸੁਰਪ੍ਰੀਤ ਕੌਰ ਮੌਜੂਦ ਨੇ, ਗੱਲਬਾਤ ਕਰਾਂਗੇ, ਜੋ ਕਿ ਲਗਾਤਾਰ ਪ੍ਰਦੂਸ਼ਣ ਨੂੰ ਲੈ ਕੇ ਲਗਾਤਾਰ ਆਪਣੀ ਨਿਗਾਹ ਬਣਾਏ ਹੋਏ ਨੇ ਤੇ ਆਪਣੇ ਅਕੋਰਡਿੰਗਲੀ ਉਹ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿੰਦੇ ਨੇ। ਮੈਡਮ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ। ਮੈਂ ਇਕੋਸਿਕ ਸੰਸਥਾ ਤੋਂ ਹਾਂ ਤੇ ਮੇਰੇ ਨਾਲ ਅਮਨਦੀਪ ਸਰ ਵੀ ਹੈਗੇ ਨੇ, ਇਹ ਵੀ ਸੋਸ਼ਲ ਐਕਟਿਵਿਸਟ ਨੇ। ਸੋ ਅੱਜ ਇੱਥੇ ਅਸੀਂ ਚੰਡੀਗੜ੍ਹ ਦੇ ਵਿੱਚ ਕਲੀਨ ਏਅਰ ਪੰਜਾਬ ਕਲੈਕਟਿਵ ਦੇ ਕੰਮ ਕਰਕੇ ਇਕੱਠੇ ਹੋਏ ਹਾਂ, ਜਿਹਦੇ ਵਿੱਚ ਅਸੀਂ ਹਵਾ ਪ੍ਰਦੂਸ਼ਣ ਦਾ ਮੁੱਦਾ, ਜੋ ਕਿ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਬਣ ਗਿਆ, ਉਹਨੂੰ ਨਜਿੱਠਣ ਵਾਸਤੇ ਤੇ ਉਹਦੇ ਲਈ ਰეკਮੈਂਡੇਸ਼ਨਸ ਦੇਣ ਵਾਸਤੇ ਅਸੀਂ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਆ ਉਹ ਇੱਥੇ ਅੱਜ ਅਸੀਂ ਇਕੱਠਾ ਹੋਏ ਹਾਂ। ਕਿਵੇਂ ਦੇਖਦੇ ਹੋ ਜੋ ਮੌਜੂਦਾ ਸਮੇਂ ਦੇ ਵਿੱਚ ਪ੍ਰਦੂਸ਼ਣ ਪੰਜਾਬ ਦੇ ਵਿੱਚ ਫੈਲਿਆ ਹੋਇਆ, ਉਹਨਾਂ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਦਮ ਜਿਹੜੇ ਹੈਗੇ ਚੁੱਕਣੇ ਚਾਹੀਦੇ ਨੇ? ਕਦਮ ਤਾਂ ਦੇਖੋ ਜੀ, ਬਹੁਤ ਜ਼ਿਆਦਾ ਚੁੱਕਣ ਦੀ ਲੋੜ ਹੈ। ਜਿੰਨੇ ਵੀ ਕਦਮ ਅਸੀਂ ਚੁੱਕ ਰਹੇ ਹਾਂ ਉਹ ਥੋੜ੍ਹੇ ਪੈ ਰਹੇ ਨੇ। ਉਹ ਪਤਾ ਨਹੀਂ ਕਿਉਂ ਥੋੜ੍ਹੇ ਪੈ ਰਹੇ ਨੇ, ਜਾਂ ਤਾਂ ਸਰਕਾਰਾਂ ਵੱਲੋਂ ਕਮੀ ਆ ਰਹੀ ਹੈ ਜਾਂ ਲੋਕਾਂ ਵੱਲੋਂ ਉਹਨਾਂ ਕਦਮਾਂ ਨੂੰ ਅਡੈਪਟ ਹੋਣ ਦੇ ਵਿੱਚ ਕਮੀ ਆ ਰਹੀ ਹੈ। ਸੋ ਪੰਜਾਬ ਦੇ ਵਿੱਚ 9 ਨਾਨ ਅਟੇਨਮੈਂਟ ਸਿਟੀਜ਼ ਆ ਗਈਆਂ ਤੇ 9 ਨਾਨ ਅਟੇਨਮੈਂਟ ਸਿਟੀਜ਼ ਦਾ ਮਤਲਬ ਹੈ ਵੀ ਜਿਨ੍ਹਾਂ ਦਾ ਹਵਾ ਦਾ ਪ੍ਰਦੂਸ਼ਣ ਜਿਹੜਾ ਉਹ ਲਿਮਿਟਸ ਤੋਂ ਬਾਹਰ ਹੋ ਚੁੱਕਾ ਤੇ ਉੱਥੇ ਜੇ ਅਸੀਂ ਸਾਹ ਲਈਏ ਤੇ ਉਹ ਸਾਡੇ ਜਿਹੜੇ ਫੇਫੜੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਹੈ ਤੇ ਸਾਡੀ ਸਿਹਤ ਵਾਸਤੇ ਬਹੁਤ ਹੀ ਬੁਰਾ ਪ੍ਰਭਾਵ ਜਿਹੜਾ ਉੱਥੇ ਰਹਿ ਰਿਹਾ। ਇਹ ਤਾਂ ਜੇ ਅਸੀਂ ਉੱਥੋਂ ਲੰਘੀਏ ਤਾਂ ਗੱਲ ਕਰਦੇ ਹਾਂ। ਜਿਹੜੇ ਲੋਕ ਉੱਥੇ ਰਹਿੰਦੇ ਨੇ, ਜਿਹੜੇ ਪੰਜਾਬੀ ਸਾਡੇ ਉੱਥੇ ਰਹਿੰਦੇ ਨੇ, ਜਿਹੜੇ ਉਸ ਹਵਾ ਦੇ ਵਿੱਚ ਦਿਨ ਰਾਤ ਸਾਹ ਲੈ ਰਹੇ ਨੇ, ਉਹਨਾਂ ਦੀ ਤੁਸੀਂ ਸੋਚੋ ਵੀ ਸਿਹਤ 'ਤੇ ਉਹਦਾ ਕੀ ਅਸਰ ਪੈ ਰਿਹਾ ਹੋਏਗਾ। ਕਿਹੜੇ ਸਪੌਟ ਹੈਗੇ ਨੇ ਤੇ ਇਹਦੇ ਰਿਗਾਰਡਿੰਗ ਜਿਹੜੀ ਤੁਸੀਂ ਆਪਣੀ ਰਿਪੋਰਟ ਹੈਗੀ ਆ ਕਿਹਨੂੰ ਪੇਸ਼ ਕੀਤੀ ਆ, ਕੀ ਹੁਣ ਤੱਕ ਉਸ ਚੀਜ਼ 'ਤੇ ਕਾਰਵਾਈ ਹੋਈ ਹੈ? ਕਲੀਨ ਏਅਰ ਕਲੈਕਟਿਵ ਜਿਹੜਾ ਹੈਗਾ ਜੀ, ਉਹ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ ਸਾਲ ਦੇ ਸ਼ੁਰੂ ਤੋਂ, ਤੇ ਅਸੀਂ ਵੱਖ-ਵੱਖ ਸੰਸਥਾਵਾਂ ਨੂੰ ਆਪਣੇ ਨਾਲ ਜੋੜਿਆ, ਵੱਖ-ਵੱਖ ਸਟੂਡੈਂਟਸ ਨੂੰ ਆਪਣੇ ਨਾਲ ਜੋੜਿਆ, ਜਿਹਦੇ ਵਿੱਚ ਅਸੀਂ ਇਹ ਮੁੱਦਾ ਲੈ ਕੇ ਆ ਰਹੇ ਹਾਂ ਕਿ ਜੇ ਪ੍ਰਦੂਸ਼ਣ ਹੋ ਰਿਹਾ, ਕੀ ਇਹ ਇੰਡਸਟਰੀ ਹੈ ਉਹਦਾ ਜ਼ਿੰਮੇਵਾਰ? ਕਿਉਂਕਿ ਰੈੱਡ ਕੈਟਾਗਰੀ ਦੇ ਵਿੱਚ ਵੀ 1000 ਦੇ ਨੇੜੇ ਤੇੜੇ ਇੰਡਸਟਰੀਜ਼ ਜਿਹੜੀਆਂ ਉਹ ਪੰਜਾਬ ਦੇ ਵਿੱਚ ਆਪਰੇਟ ਕਰ ਰਹੀਆਂ। ਕਿਹੜੇ ਸਪੌਟ ਹੈਗੇ 9 ਜਿਹੜੇ? ਮੰਡੀ ਗੋਬਿੰਦਗੜ੍ਹ ਹੈ ਜੀ, ਲੁਧਿਆਣਾ ਵੀ ਇੱਕ ਸਪੌਟ ਹੈ, ਅੰਮ੍ਰਿਤਸਰ ਵੀ ਹੈਗਾ, ਹੋਰ ਵੀ ਸਪੌਟ ਜਿਹੜੇ ਨੇ ਉਹ ਬਣਦੇ ਜਾ ਰਹੇ ਨੇ। ਸੋ ਇਹ ਵੱਧ ਰਹੇ ਨੇ, ਇਹਦਾ ਮਤਲਬ ਇਹੀ ਹੈ, ਇਹੀ ਨਿਸ਼ਾਨੀ ਦੇ ਰਿਹਾ ਵੀ ਇਹਦੇ ਉੱਤੇ ਕੰਮ ਜਿਹੜਾ ਉਹ ਪੁਰਜ਼ੋਰ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਤੇ ਸਰਕਾਰਾਂ ਦੇ ਵਿੱਚ ਕਮੀ ਹੈ, ਲੋਕਾਂ ਦੇ ਵਿੱਚ ਕਮੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਇਹ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ ਜਿੱਥੇ ਹਵਾ ਦਾ ਪ੍ਰਦੂਸ਼ਣ ਜਿਹੜਾ ਉਹ ਅਸੀਂ ਉਹਨੂੰ ਕੰਟਰੀਬਿਊਟ ਕਰ ਰਹੇ ਹਾਂ ਪੋਜ਼ਿਟਿਵਲੀ। ਸੋ ਲੋੜ ਹੈਗੀ ਹੈ ਸਾਨੂੰ ਅਵੇਅਰ ਹੋਣ ਦੀ, ਲੋੜ ਹੈਗੀ ਹੈ ਇਹਨੂੰ ਐਡਵੋਕੇਟ ਕਰਨ ਦੀ, ਲੋੜ ਹੈਗੀ ਹੈ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਜਿਹੜੇ ਕਿ ਇਹਨਾਂ ਨੂੰ ਵਿਦਿਨ ਲਿਮਿਟਸ ਰੱਖਣ ਤੇ ਇਹਨੂੰ ਨਾ ਕਿ ਬੜਾਵਾ ਦੇਣ। ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਗੱਲਬਾਤ ਹੁੰਦੀ ਹੈ? ਜੀ ਸਰ, ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ, ਜੋ ਪ੍ਰਦੂਸ਼ਣ ਫੈਲਦਾ ਪਿਆ, ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਗੱਲਬਾਤ ਹੋਈ ਹੈ ਕਦੇ? ਬਿਲਕੁਲ। ਇਹਦੇ ਵਿੱਚ ਕੀ ਹੈ ਕਿ ਕਿਉਂਕਿ ਜਿਹੜੀ ਜ਼ਿੰਮੇਵਾਰੀ ਹੈ ਡਿਫੈਂਡ ਕਰਨ ਦੀ, ਸਾਡੇ ਜੀਣ ਦੇ ਹੱਕ ਦੀ, ਉਹ ਜਿਹੜਾ ਸਟੇਟ ਲੈਜਿਸਲੇਟਰ ਹੈ, ਜਿਹੜੇ ਸਾਡੇ ਜਿੱਤੇ ਹੋਏ ਨੁਮਾਇੰਦੇ ਆ, ਉਹਨਾਂ ਦੀ ਬਣਦੀ ਆ। ਪਰ ਬਜਾਏ ਕਿ ਲੋਕਾਂ ਦਾ ਸਾਥ ਦੇਣ ਦੇ ਔਰ ਲੋਕਾਂ ਦਾ ਸਿਹਤ ਦਾ ਖਿਆਲ ਰੱਖਣ ਦੇ, ਇਸ ਪੋਲੀਟੀਕਲ ਕਲਾਸ ਵੱਲੋਂ ਬਹੁਤਾ ਸਾਥ ਜਿਹੜਾ ਆ ਉਹ ਵੋਟਾਂ ਦੇ ਲਾਗੇ ਵੀ, ਆਮ ਦਿਨਾਂ ਦੇ ਵਿੱਚ ਵੀ ਜਿਹੜਾ ਇੰਡਸਟਰੀਲਿਸਟ ਲੌਬੀ ਆ ਜਿਹੜੀ ਕਿ ਸਾਡੀ ਜਾਨ ਦੇ ਪਿੱਛੇ ਪਈ ਹੋਈ ਆ। ਪਹਿਲਾਂ ਵੀ ਆਪਾਂ ਲੁਧਿਆਣੇ 5 ਦਹਾਕਿਆਂ ਤੋਂ ਪੋਲਿਊਸ਼ਨ ਦੇਖਿਆ, ਪੂਰੇ ਦੇ ਪੂਰੇ ਮਾਲਵੇ ਨੇ। ਇਹ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਇੱਕ ਇਨਾਮ ਦੇਣ ਦੇ ਪਿੱਛੇ ਜਿਹੜਾ ਆ ਸਰਕਾਰਾਂ ਦਾ ਜਿਹੜਾ ਜ਼ੋਰ ਲੱਗਾ ਰਹਿੰਦਾ। ਇਹਦੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਆ ਮੱਤੇਵਾੜਾ, ਸਾਡੇ ਸਤਲੁਜ ਦਰਿਆ ਨੂੰ ਇੰਡਸਟਰੀ ਨੂੰ ਦੇ ਦੇਣਾ, ਫਲੱਡ ਪਲੇਨ ਨੂੰ, ਉਹ ਸਭ ਤੋਂ ਵੱਡੀ ਐਗਜ਼ਾਮਪਲ ਆ। ਪਹਿਲਾਂ ਤਾਂ ਸਰਕਾਰਾਂ ਨੇ, ਕਾਂਗਰਸ ਨੇ ਸਰਕਾਰ ਨੇ ਗ੍ਰੀਨ ਮੈਨੀਫੈਸਟੋ ਲਿਆਂਦਾ ਸੀ, ਪਰ ਜਦੋਂ ਹੁਣ ਸਰਕਾਰ 'ਚ ਆ ਗਏ ਤੇ ਫਿਰ ਉਹ ਮੱਤੇਵਾੜੇ ਦੇ ਵਿੱਚ ਇੱਕ ਇੰਡਸਟਰੀਅਲ ਪਾਰਕ ਪਲਾਨ ਕਰ ਦਿੱਤਾ। ਫੋਕਲ ਪੁਆਇੰਟ ਸਾਡੇ ਖਾਲੀ ਪਏ ਆ। ਤੁਸੀਂ ਪੰਚਾਇਤੀ ਜ਼ਮੀਨਾਂ ਸਸਤੇ ਭਾਅ ਇੰਡਸਟਰੀ ਨੂੰ ਦੇਣ ਦੀ ਗੱਲ ਕਰਦੇ ਹੋ, ਉਸੇ ਸਿਲਸਿਲੇ ਦੇ ਵਿੱਚ ਤੁਸੀਂ ਸਾਡੇ 3 ਜੰਗਲ ਤੇ ਦਰਿਆ ਦਾ ਕੰਢਾ ਟੈਕਸਟਾਈਲ ਪਾਰਕ ਨੂੰ ਦੇ ਦਿੰਦੇ ਹੋ, ਕਿਉਂਕਿ ਇਹ ਇੰਡਸਟਰੀ ਉਹ ਹੈ ਜਿਹੜੀ ਬਾਕੀ ਭਾਰਤ ਦੇ ਵਿੱਚ ਹੈਜ਼ਰਡਸ ਹੈ, ਬੈਨ ਆ। ਇਹਨਾਂ ਨੂੰ ਹੋਰ ਜਗ੍ਹਾ ਕੋਈ ਪੁੱਛਦਾ ਨਹੀਂ ਆ। ਤੇ ਜਿੱਥੇ ਸਾਡਾ ਮਾਲਵਾ ਜਿਹੜਾ ਪਹਿਲਾਂ ਹੀ ਕੈਂਸਰ ਨਾਲ
ਪਹਿਲਾਂ ਹੀ ਲੜਦਾ ਪਿਆ। ਉੱਥੇ ਤੁਸੀਂ ਬੁੱਢੇ ਦਰਿਆ ਦਾ ਜਿਹੜਾ ਪੋਲਿਊਸ਼ਨ ਆ ਰੋਕਣਾ ਤਾਂ ਕੀ ਸੀ, ਹੁਣ ਇਸ ਇੰਡਸਟਰੀ ਨੂੰ ਤੁਸੀਂ ਸਿੱਧਾ ਸਤਲੁਜ ਦੇ ਕੰਢੇ ਤੇ ਲੈ ਗਏ ਹੋ। ਫਿਰ ਤੁਸੀਂ ਆਪ ਹੀ ਕਹਿੰਦੇ ਹੋ ਵੀ ਸਾਡਾ ਮੁੱਖ ਮੰਤਰੀ ਸਹੀ ਨਹੀਂ ਕੰਮ ਕਰਦਾ, ਅਸੀਂ ਨਵਾਂ ਮੁੱਖ ਮੰਤਰੀ ਬਣਾਇਆ। ਪਰ ਹੁਣ 1 ਮਹੀਨਾ ਹੋ ਗਿਆ, ਸਾਨੂੰ ਉਮੀਦ ਤੇ ਅਜੇ ਵੀ ਬਹੁਤ ਆ ਵੀ ਜਿਹੜੀਆਂ ਗਲਤੀਆਂ ਇਸ ਕੈਬਨਿਟ ਨੇ ਪਹਿਲਾਂ ਸਰਕਾਰ ਨੇ ਕੀਤੀਆਂ ਇਹ ਉਹਨੂੰ ਕਰੈਕਟ ਕਰਨਗੇ। ਔਰ ਉਹਦੇ ਵਿੱਚ ਮੱਤੇਵਾੜੇ ਵਰਗੀ ਜਗ੍ਹਾ ਸਾਡਾ 1.5% ਜੰਗਲ ਇਹਨਾਂ ਜਗ੍ਹਾ ਤੇ ਬਚਿਆ ਆ। ਔਰ ਤੁਸੀਂ ਜਿਹੜੀ ਲੈਂਡ ਜਿਹੜੀ ਯੂਜ਼ ਕੀਤੀ ਜਾ ਸਕਦੀ ਆ ਤੁਸੀਂ ਉਹ ਖਾਲੀ ਲੈਂਡ ਕਰੋ, ਔਰ ਸਾਡਾ ਜੰਗਲ ਜਿਹੜਾ ਜੇ ਬਖਸ਼ ਦਿਓ ਉਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਜਾਨ ਬਚਦੀ ਆ। ਇਸ ਸਿਲਸਿਲੇ ਦੇ ਵਿੱਚ ਅਸੀਂ 117 ਦੇ 117 ਐਮਐਲਏ ਨਾਲ ਰਾਬਤਾ ਬਣਾਇਆ, ਸਾਰੀ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨਾਂ ਨਾਲ ਬਣਾਇਆ। ਔਰ ਜਿੱਥੇ ਵੀ ਸੰਸਥਾ ਤੁਸੀਂ ਕੋਈ ਸੋਚ ਸਕਦੇ ਹੋ, ਚਾਹੇ ਉਹ ਐਨਜੀਟੀ ਹੈ, ਚਾਹੇ ਕੋਈ ਕੋਰਟ ਹੈ, ਚਾਹੇ ਮਨੁੱਖੀ ਅਧਿਕਾਰ ਕਮਿਸ਼ਨ ਹੈ, ਕਿਤੇ ਵੀ ਜਾਣਾ ਪਵੇ ਅਸੀਂ ਐਨਜੀਟੀ ਜਾ ਕੇ ਆਏ ਆ। ਉਹਨਾਂ ਨੇ ਫਲੱਡ ਪਲੇਨ ਦੀ ਇਹਨਾਂ ਤੋਂ ਡੈਫੀਨੇਸ਼ਨ ਮੰਗੀ ਆ, ਉਹ ਜਿੰਨੀ ਮਰਜ਼ੀ ਡੈਫੀਨੇਸ਼ਨ ਦੇਣੇ ਤਾਂ ਉਸ ਦਰਿਆ ਦੇ ਤੁਸੀਂ ਬੰਨ ਦੇ ਕੰਧੇ ਤੇ ਜ਼ਮੀਨ ਐਕਵਾਇਰ ਕਰਕੇ ਇੰਡਸਟਰੀ ਲਾਉਣ ਲੱਗੇ ਆ। ਪਰ ਗੱਲ ਇਹੀ ਹੈ ਵੀ ਜਿੰਨੀ ਦੇਰ ਇਹ ਤਲਵਾਰ ਸਾਡੇ ਤੇ ਪੰਜਾਬੀ ਸੱਭਿਅਤਾ ਤੇ ਲਟਕਦੀ ਆ, ਜਿੰਨੀ ਦੇਰ ਪਾਰਕ ਕੈਂਸਲ ਨਹੀਂ ਹੁੰਦਾ, ਸਾਡੇ ਲਈ ਤੇ ਅਜੇ ਵੀ ਉਹ ਡਰ ਵਾਲੀ ਸਥਿਤੀ ਬਣੀ ਹੋਈ ਹੈ ਕਿ ਅਸੀਂ ਤਾਂ ਰੱਬ ਤੋਂ ਹੁਣ ਉਮੀਦ ਕਰਦੇ ਹਾਂ ਵੀ ਪੰਜਾਬ ਨਾ ਉਜੜੇ। ਔਰ ਇਹੋ ਜਿਹੇ ਪਾਰਕ ਜਿਹੜੇ ਕਿ ਇਹ ਪੋਲੀਟੀਕਲ ਪਾਰਟੀਆਂ ਦੇ ਮੂਹਰੇ ਲੈ ਕੇ ਵੀ ਇੰਡਸਟਰੀਲਿਸਟ ਆਉਂਦਾ ਆ, ਉਹਨਾਂ ਦੀ ਘੱਟ ਸੁਣਿਆ ਕਰੋ। ਤੁਸੀਂ ਜਿਹੜੇ ਲੋਕ ਆ ਉਹਨਾਂ ਦੀ ਜ਼ਿਆਦਾ ਸੁਣੋ, ਉਹਨਾਂ ਦੇ ਮੁਤਾਬਕ ਇੰਡਸਟਰੀ ਲੈ ਕੇ ਆਓ ਜਿੱਥੇ ਉਹਨਾਂ ਨੂੰ ਨੌਕਰੀ ਵੀ ਮਿਲੇ ਔਰ ਉਹਨਾਂ ਨੂੰ ਜਾਨ ਨਾ ਗਵਾਉਣੀ ਪਵੇ। ਕੀ ਰਿਸਪੌਂਸ ਕੀ ਮਿਲਿਆ ਜੋ ਮੈਂ ਪੁੱਛਣਾ ਚਾਹੁੰਦਾ ਸੀ? ਤੁਸੀਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਹੋਊਗੀ। ਰਿਸਪੌਂਸ ਤੁਹਾਨੂੰ ਲਿਖਤੀ ਮਿਲਦਾ ਜਾਂ ਰਿਸਪੌਂਸ ਮਿਲਦਾ ਹੀ ਨਹੀਂਗਾ? ਜੇਕਰ ਔਰਲੀ ਰਿਸਪੌਂਸ ਵੀ ਆਪਾਂ ਉਮੀਦ ਕਰਦੇ ਹਾਂ ਕਿਤੇ ਨਾ ਕਿਤੇ, ਜਾਂ ਟੈਲੀਫੋਨਿਕਲੀ ਗੱਲਬਾਤ ਹੁੰਦੀ ਹੈ, ਕਿਸ ਤਰ੍ਹਾਂ ਦਾ ਰਿਸਪੌਂਸ ਹੁੰਦਾ? ਇੰਨੇ ਸਮੇਂ ਦੇ ਵਿੱਚ ਦੇਖੋ ਜੀ, ਜਿਹੜੇ ਪਹਿਲਾਂ 2-3 ਅਫਸਰ ਇਨਵੋਲਵ ਸੀਗੇ ਉਹ ਸਾਰੇ ਦੇ ਸਾਰੇ ਸਣੇ ਮੁੱਖ ਮੰਤਰੀ ਜਿਹੜੇ ਉਹ ਬਦਲ ਗਏ ਆ। ਪਹਿਲਾਂ ਤੇ ਜਿਹੜੇ ਲੋਕਾਂ ਨੇ ਫਟਾਫਟ 1 ਮਹੀਨੇ ਦੇ ਵਿੱਚ 5-5 6-6 ਮੀਟਿੰਗ ਕੀਤੀਆਂ, ਉਹਨਾਂ ਵੱਲੋਂ ਤੇ ਰਿਸਪੌਂਸ ਸਾਨੂੰ ਕੋਈ ਪੋਜ਼ਿਟਿਵ ਨਹੀਂ ਮਿਲਿਆ। ਹਾਂ, ਰੂਲਿੰਗ ਪਾਰਟੀ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਆ, ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਉਸ ਪ੍ਰੋਜੈਕਟ ਦੀ ਨਿਖੇਧੀ ਵੀ ਕੀਤੀ। ਉਹ ਸਾਡੇ ਨਾਲ ਆ ਕੇ ਉਹ ਪਿੰਡ ਦੇ ਲੋਕਾਂ ਨੂੰ ਵੀ ਮਿਲੇ ਔਰ ਉਹਨਾਂ ਨੇ ਉਸ ਉਜਾੜੇ ਨੂੰ ਵੀ ਸਮਝਿਆ ਜਿੱਥੋਂ ਸਾਡੀ ਜਿਹੜੀ ਆਸ ਜਿਹੜੀ ਆ ਬੱਝੀ ਆ। ਇੱਕ ਗੱਲ ਇਹ ਆ ਵੀ ਨਾ ਤਾਂ ਪ੍ਰੋਜੈਕਟ ਦੇ ਇਹ ਜਿਹੜੇ ਐਮਐਲਏ ਨੇ ਚੁੱਪੀ ਵੱਟੀ ਹੋਈ ਆ, ਇਹ ਨਾ ਉਹਦੇ ਹੱਕ 'ਚ ਖੜੇ ਆ ਨਾ ਉਹਦੇ ਵਿਰੋਧ 'ਚ ਖੜੇ ਆ ਬਹੁਤੇ ਜਿਹੜੇ ਐਮਐਲਏ ਆ। ਪਰ ਜੇ ਅਸੀਂ ਐਂ ਕਹੀਏ ਵੀ ਸਾਡੀ ਕੋਈ ਬਹੁਤੀ ਹਜੇ ਤੱਕ ਸਪੋਰਟ ਕੀਤੀ ਆ, ਅਜੇ ਤੱਕ ਸਾਨੂੰ ਹੋਰ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦਿਆਂ ਤੋਂ 1-2 ਐਮਐਲਏਆਂ ਨੂੰ ਛੱਡ ਕੇ ਜਿਹੜੀ ਹੈ ਉਹ ਅਜੇ ਤੱਕ ਜਿਹੜੀ ਨਹੀਂ ਮਿਲੀ। ਪਰ ਮੈਡਮ ਕੀ ਦੇਖਦੇ ਹੋ, ਜੇਕਰ ਆਪਾਂ ਲੋਕਾਂ ਦੀ ਗੱਲ ਕਰੀਏ, ਲੋਕਾਂ ਦੇ ਵਿੱਚ ਕਿੰਨੀ ਕੁ ਅਵੇਅਰਨੈਸ ਆਈ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ? ਦੇਖੋ ਜੀ, ਅੱਜ ਦਾ ਜਿਹੜਾ ਮੈਂ ਕਹਾਂਗੀ ਪੰਜਾਬੀ ਹੈ ਨਾ, ਉਹ ਸੁਚੇਤ ਹੋ ਚੁੱਕਾ ਹੈ। ਤੇ ਉਹ ਪਹਿਲੇ ਵਾਲੀ ਗੱਲ ਨਹੀਂ ਰਹੀ ਵੀ ਕਿਸਾਨ ਜਿਹੜਾ ਉਹ ਅਨਪੜ੍ਹ ਹੈ, ਉਹਨੂੰ ਜਿਹੜੀ ਵੀ ਮਰਜ਼ੀ ਪਾਲਿਸੀ ਦੇ ਦਿਓ, ਜੋ ਮਰਜ਼ੀ ਉਹਨੂੰ ਸਬਸਿਡੀ ਦੇ ਦਿਓ, ਉਹਨੂੰ ਸਮਝ ਨਹੀਂ ਲੱਗਦੀ। ਅੱਜ ਦਾ ਜਿਹੜਾ ਕਿਸਾਨ ਹੈ, ਅੱਜ ਦਾ ਜਿਹੜਾ ਪੰਜਾਬੀ ਹੈ, ਅੱਜ ਦਾ ਜਿਹੜਾ ਯੂਥ ਹੈ, ਉਹ ਪੜ੍ਹਿਆ ਲਿਖਿਆ। ਤੇ ਸਾਨੂੰ ਬੜਾ ਮਾਣ ਹੁੰਦਾ ਹੈ ਕਹਿਣ 'ਤੇ ਕਿ ਜਿਹੜੇ ਲੋਕ ਸਾਡੇ ਨਾਲ ਵੀ ਜੁੜਦੇ ਨੇ ਉਹ ਸਾਡੇ ਤੋਂ ਵੱਧ ਇਸ ਚੀਜ਼ ਦੇ ਬਾਰੇ ਜਾਣੂ ਹੁੰਦੇ ਨੇ। ਤੇ ਸਾਨੂੰ ਬੜਾ ਚੰਗਾ ਲੱਗਦਾ ਉਹਨਾਂ ਨਾਲ ਗੱਲ ਕਰਕੇ ਕਿ ਜਿਹੜਾ ਸਾਡਾ ਯੂਥ ਹੈ, ਜਿਹੜੀ ਯੰਗ ਜਨਰੇਸ਼ਨ ਹੈ, ਉਹ ਸਾਡੇ ਤੋਂ ਜ਼ਿਆਦਾ ਇਹਦੇ ਚੀਜ਼ ਦੇ ਬਾਰੇ ਕੰਸਰਨਡ ਹੈ, ਕਿਉਂਕਿ ਉਹ ਇੱਥੇ ਰਹਿਣਾ ਚਾਹੁੰਦੀ ਹੈ। ਉਹ ਆਪਣਾ ਭਵਿੱਖ ਜਿਹੜਾ ਹੈ ਉਹ ਪੰਜਾਬ 'ਚ ਲੱਭਦੀ ਹੈ। ਪਰ ਜੇ ਉਹਨੂੰ ਭਵਿੱਖ ਨਹੀਂ ਲੱਭਦਾ ਤੇ ਉਹ ਫਿਰ ਬਾਹਰ ਚਲ ਜਾਏਗੀ। ਸੋ ਲੋੜ ਹੈਗੀ ਹੈ ਕਿ ਜਿਹੜੇ ਸਾਡੇ ਯੂਥ ਨੇ ਉਹਨਾਂ ਦੀ ਗੱਲ ਨੂੰ ਸੁਣਿਆ ਜਾਏ। ਜਿਹੜੀਆਂ ਠੀਕ ਰਿਕਮੈਂਡੇਸ਼ਨਸ ਨੇ, ਜਿਹੜੀਆਂ ਅਕੋਰਡਿੰਗ ਟੂ ਲਾਅ ਰਿਕਮੈਂਡੇਸ਼ਨਸ ਨੇ, ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਇੰਨੀ ਦੇਰੀ ਕਿਉਂ ਲੱਗ ਜਾਂਦੀ ਹੈ? ਪਰ ਦੂਜੇ ਪਾਸੇ ਦੇਖਦੇ ਹਾਂ ਜਿਹੜੇ ਕਿਸਾਨ ਆ ਉਹ ਅੱਜ ਵੀ ਪਰਾਲੀਆਂ ਨੂੰ ਅੱਗ ਲਾਉਂਦੇ ਪਏ ਨੇ। ਦੇਖੋ ਜੀ, ਕਿਸਾਨ ਤੇ ਅੱਗ ਲਾਏਗਾ ਹੀ ਜੇ ਉਹਦੇ ਕੋਲ ਆਲਟਰਨੇਟਿਵਸ ਨਹੀਂ ਹੋਣਗੇ। ਉਹਦੇ ਕੋਲ ਹੋਰ ਕੋਈ ਆਲਟਰਨੇਟਿਵ ਨਹੀਂ ਹੋਏਗਾ ਤੇ ਉਹਨੇ ਤੇ ਆਪਣਾ ਖੇਤ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ। ਤੇ ਇਹੀ 10 ਦਿਨ ਹੈ ਉਹਦੇ ਕੋਲ ਖੇਤ ਨੂੰ ਤਿਆਰ ਕਰਨ ਲਈ ਤੇ ਕਣਕ ਨੂੰ ਬੀਜਣ ਵਾਸਤੇ। ਸੋ ਜੇ ਉਹਦੇ ਕੋਲ ਆਲਟਰਨੇਟਿਵ ਹੋਏਗਾ, ਜੇ ਉਹ ਝੋਨੇ ਦੀ ਵਿਸ਼ਵ ਸਰਕਲ ਤੋਂ ਬਾਹਰ ਨਿਕਲੇਗਾ, ਜੇ ਉਹਦੇ ਕੋਲ ਮਿਲਟਸ ਦੀ ਆਪਸ਼ਨ ਹੋਏਗੀ, ਉਹਦੇ ਚੰਗੇ ਮੁੱਲ ਜਿਹੜੇ ਆ ਉਹ ਸਰਕਾਰ ਵੱਲੋਂ ਫਿਕਸ ਕੀਤੇ ਜਾਣ। ਕੋਦਰਾ ਹੈ, ਹੋਰ ਜਵਾਰ ਹੈ, ਬਾਜਰਾ ਹੈ, ਇਹ ਅਸੀਂ ਬਾਜ਼ਾਰਾਂ ਤੋਂ ਖਰੀਦਦੇ ਹਾਂ, ਇੰਨੇ ਮਹਿੰਗੇ ਮਹਿੰਗੇ ਪੈਕੇਟਸ ਖਰੀਦਦੇ ਹਾਂ। ਕਿਉਂ? ਕਿਉਂਕਿ ਸਾਨੂੰ ਖੇਤਾਂ ਦੇ ਵਿੱਚੋਂ ਇਹ ਗਾਇਬ ਹੋ ਚੁੱਕੀ ਹੈ ਚੀਜ਼। ਵੱਡੀਆਂ ਵੱਡੀਆਂ ਕੰਪਨੀਜ਼ ਇਹਨਾਂ ਨੂੰ ਇੰਡੋਰਸ ਕਰਕੇ ਵੇਚ ਰਹੀਆਂ ਵੀ ਇਹ ਅਨਾਜ ਖਾਓ, ਇਹ ਤੁਹਾਡੀ ਸਿਹਤ ਲਈ ਅੱਛਾ ਹੈ। ਤੇ ਅਸੀਂ ਫਿਰ ਚਾਵਲ ਤੇ ਕਣਕ ਜੋਗੇ ਹੀ ਰਹਿ ਗਏ ਪੰਜਾਬੀ। ਅਸੀਂ ਕਿਉਂ ਨਾ ਉਗਾਈਏ? ਇੱਕ ਸੁਝਾਅ ਤੁਸੀਂ ਕੀ ਦੇਣਾ ਚਾਹੁੰਦੇ ਕਿਸਾਨਾਂ ਨੂੰ, ਜੇਕਰ ਉਹਨਾਂ ਕੋਲੇ ਸਬਸਟੀਟਿਊਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਪਰਾਲੀ ਦੇ ਲਈ, ਕੀ ਸੁਝਾਅ ਕੀ ਦੋਗੇ ਤੁਸੀਂ ਆਪਣੇ ਲੈਵਲ 'ਤੇ? ਸੁਝਾਅ ਇਹ ਹੀ ਹੈ ਜੀ, ਇਹ ਅਸੀਂ ਆਪਣੇ ਮਨ ਨਾਲ ਫੈਸਲਾ ਕਰਨਾ ਹੈ। ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਪਿੰਡਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਅੱਗ ਨਹੀਂ ਲਾਣੀ, ਜੋ ਮਰਜ਼ੀ ਹੋ ਜੇ। ਕਿਉਂਕਿ ਜਿਹੜੀ ਖੇਤ ਦਾ ਧੂੰਆਂ ਹੈ ਉਹ ਸਭ ਤੋਂ ਪਹਿਲੇ ਕਿਸਾਨ ਦੇ ਫੇਫੜਿਆਂ ਨੂੰ ਜਲਦਾ ਹੈ। ਸਾਡੇ ਤੱਕ ਤੇ ਉਹ ਬਾਅਦ 'ਚੋਂ ਪਹੁੰਚਦਾ, ਜਿਹੜੇ ਅਸੀਂ ਸ਼ਹਿਰਾਂ 'ਚ ਰਹਿੰਦੇ ਹਾਂ। ਸਭ ਤੋਂ ਪਹਿਲੇ ਉਹ ਕਿਸਾਨ ਦੇ ਆਪਣੇ ਪਰਿਵਾਰ ਤੇ ਕਿਸਾਨ ਦੇ ਫੇਫੜਿਆਂ ਨੂੰ ਸਾੜਦਾ ਹੈ। ਸੋ ਉਹਦੇ ਲਈ ਕੋਈ ਇਹ ਜ਼ਹਿਰ ਲੈਣ ਤੋਂ ਘੱਟ ਨਹੀਂ ਹੈਗਾ। ਸੋ ਉਹਦੇ ਕੋਲ ਚਾਰਾ ਹੋਏਗਾ, ਜੇ ਉਹ ਆਪਣੇ ਮਨ ਨਾਲ ਫੈਸਲਾ ਕਰ ਲੇ ਵੀ ਮੈਂ ਅੱਗ ਨਹੀਂ ਲਾਣੀ, ਜੋ ਮਰਜ਼ੀ ਹੋ ਜੇ, ਤੇ ਉਹ ਕਰ ਸਕਦਾ।
ਸਿਰਫ ਇਹ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਤੇ ਜੇ ਕਿਸਾਨ ਨਾ ਸਰਕਾਰ ਅੱਗੇ ਖੜਾ ਹੋ ਜਾਵੇ ਵੀ ਦੱਸੋ ਮੈਂ ਅੱਗ ਨਹੀਂ ਲਾਉਂਦਾ ਮੈਨੂੰ ਕੀ ਮਿਲੇਗਾ, ਤੇ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਇਹਦੇ ਤੋਂ ਪਿੱਛੇ ਹਟ ਸਕਦੀਆਂ। ਸਰਕਾਰਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਤੁਸੀਂ? ਜੇਕਰ ਆਪਾਂ ਦੇਖੀਏ ਸਰਕਾਰਾਂ ਦੇ ਵੀ ਕੋਲੇ ਬਹੁਤ ਸਬਸਟੀਟਿਊਟ ਹੁੰਦੇ ਨੇ, ਜਾਂ ਇੱਕ ਮਸ਼ੀਨ ਹੈਗੀ ਆ ਕੋਈ ਵੀ ਹੈ ਨਾ, ਉਹਨੂੰ ਇੱਕ ਪਿੰਡ ਦੇ ਵਿੱਚ ਦੇ ਦਿੱਤੀ ਜਾਵੇ, ਉਹਨੇ ਸਾਰੀ ਉੱਥੋਂ ਦੀ ਕਟਾਈ ਕਰਨੀ ਆ, ਸਾਰੇ ਦੀ ਸਾਂਭ ਸੰਭਾਲ ਕਰਨੀ, ਉਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਹੈ ਸੁਝਾਅ? ਬਿਲਕੁਲ ਇਹੀ ਗੱਲ ਅੱਜ ਅਸੀਂ ਇੱਥੇ ਕਰ ਰਹੇ ਸੀ ਕਿ ਇਹਦੇ ਵਿੱਚ ਬਹੁਤ ਵੱਡਾ ਗੈਪ ਹੈਗਾ। ਜਿੰਨੀਆਂ ਮਸ਼ੀਨਾਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਔਰ ਜਿੰਨੀ ਕਿਸਾਨੀ ਉਹ ਮਸ਼ੀਨ ਨੂੰ ਲੈਣਾ ਚਾਹੁੰਦੀ, ਸਪਲਾਈ ਡਿਮਾਂਡ ਦੀ ਗੱਲ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ। ਤੇ ਉਹ ਕਿਸਾਨ ਖਰੀਦ ਨਹੀਂ ਸਕਦਾ ਇੰਨੀਆਂ ਵੱਡੀਆਂ ਮਸ਼ੀਨਾਂ, ਉਹਨੂੰ ਚਾਹੀਦੀ ਈਜ਼ੀ ਅਵੇਲੇਬਿਲਿਟੀ ਤੇ ਚੀਪ ਅਵੇਲੇਬਿਲਿਟੀ, ਤੇ ਜਿਹਨੂੰ ਉਹ ਅਫੋਰਡ ਕਰ ਸਕੇ ਤੇ ਯੂਜ਼ ਕਰਕੇ ਆਪਣੇ ਨਾਲ ਦੇ ਕਿਸਾਨ ਜਾਂ ਨਾਲ ਦੇ ਪਿੰਡ ਉਹਨੂੰ ਭੇਜ ਸਕੇ। ਸੋ ਇਹ ਇੰਨੀ ਜਲਦੀ ਹੋਣ ਵਾਲਾ ਕੰਮ ਨਹੀਂ ਹੈ, ਇਹਦੇ ਲਈ ਪੈਸਾ ਚਾਹੀਦਾ। ਸੋ ਡਾਈਵਰਸੀਫਿਕੇਸ਼ਨ ਇੱਕ ਆਨਸਰ ਹੈ, ਇੱਕ ਮਲਚਿੰਗ ਆਨਸਰ ਹੈ, ਇੱਕ ਇਹੀ ਹੈ ਕਿ ਜਿਹੜੀ ਪਰਾਲੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਬੇਲਸ ਬਣਾ ਦਿਓ ਤੇ ਉਹਨੂੰ ਫਿਰ ਫੈਕਟਰੀਆਂ 'ਚ ਦੇ ਦਿਓ ਜਿਹਦੇ ਤੋਂ ਫਿਊਲ ਬਣ ਜਾਂਦਾ, ਪਰ ਉੱਥੇ ਵੀ ਤਾਂ ਪਰਾਲੀ ਨੇ ਸੜਨਾ ਹੀ ਹੈ। ਸੋ ਕਿਸਾਨ 'ਤੇ ਹੀ ਕਿਉਂ ਇਹਦਾ ਬਲੇਮ ਜਿਹੜਾ ਉਹ ਅਸੀਂ ਪਾਉਂਦੇ ਹਾਂ? ਮੇਰੇ ਖਿਆਲ 'ਚ ਤੁਸੀਂ ਵੀ ਕੋਈ ਪੱਖ ਰੱਖਣਾ ਚਾਹੁੰਦੇ ਸੀ ਇਸ ਚੀਜ਼ ਨੂੰ ਲੈ ਕੇ। ਹਾਂਜੀ ਬਿਲਕੁਲ, ਇਹਦੇ 'ਚ ਨਾ ਅਸੀਂ ਚਲੋ ਸਾਰੇ ਸੁਝਾਵਾਂ ਦੀਆਂ ਗੱਲਾਂ ਕਰਦੇ ਹਾਂ, ਕਿਸਾਨ ਵੀ ਇਸ ਗੱਲ ਨੂੰ ਸਮਝਦਾ ਆ ਵੀ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਪੋਲਿਊਸ਼ਨ ਆ ਇਹਦੇ ਨਾਲ ਵੱਧਦਾ, ਉਹਦੇ ਪਰਿਵਾਰ 'ਤੇ ਵੀ ਗੱਲ ਆਉਂਦੀ ਆ। ਬਟ ਗਵਰਨਮੈਂਟ ਇੱਥੇ ਇੱਕ MSP ਵਾਲੇ ਮੁੱਦੇ 'ਤੇ ਆਪਣਾ ਪੱਲਾ ਝਾੜ ਲੈਂਦੀ ਆ, ਜਿਹਦੀ ਇਨਪੁਟ ਕਾਸਟ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਆ, ਤੇ ਡੀਜ਼ਲ ਦੇ ਕੀਮਤਾਂ ਤਾਂ ਆਪਾਂ ਆਪ ਵੇਖਦੇ ਹਾਂ ਕਿੱਥੇ ਪਹੁੰਚ ਗਈਆਂ। 1 ਕਿੱਲੇ ਪਿੱਛੇ 4500 ਰੁਪਈਆ ਜਿਹੜਾ ਆ ਉਹ ਇਨਪੁਟ ਕਾਸਟ ਵੱਧ ਜਾਂਦੀ ਆ ਜਦੋਂ ਅਸੀਂ ਇਹ ਡੀਜ਼ਲ ਨਾਲ ਸਾਰੀ ਪਰਾਲੀ ਇਹ ਵਾਹੁੰਦੇ ਆ। ਤੇ ਜਦੋਂ ਸਾਨੂੰ ਪਤਾ ਅੱਜ ਤੋਂ 20 ਸਾਲ ਪਹਿਲਾਂ ਤੇ ਕੋਈ ਵੀ ਇਹ ਕੰਮ ਨਹੀਂ ਸੀ ਕਰਦਾ ਹੁੰਦਾ, ਇਹ ਫਿਨੋਮੇਨਾ 20 ਸਾਲ ਦਾ ਹੀ ਆ, ਕਿਉਂਕਿ ਸਰਕਾਰਾਂ ਨੇ ਇੱਕ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੀ ਮੁਫਤਖੋਰੀ ਸ਼ੁਰੂ ਕਰ ਲਈ ਆ ਵੀ ਸਸਤਾ ਲੈ ਲਓ ਤੇ ਮੁੜ ਕੇ ਪ੍ਰਾਈਵੇਟ ਬੰਦੇ ਮਹਿੰਗਾ ਕਾਰਪੋਰੇਟ ਵੇਚ ਸਕੇ। 1600 ਗੁਣਾ ਤੱਕ ਪ੍ਰੋਫਿਟ ਦੀ ਕੈਪੈਸਿਟੀ ਜਿਹੜੀ ਆ ਸਰਕਾਰ ਜਾਂ ਇਹ ਪ੍ਰਾਈਵੇਟ ਕਰੋਨੀ ਕੈਪੀਟਲਿਸਟ ਜਿਹੜੇ ਇਹਨਾਂ ਨੇ ਰੱਖੀ ਹੋਈ ਹੈ। ਤੇ ਇਹਦਾ ਤੇ ਬੜਾ ਸੌਖਾ ਜਿਹਾ ਹੱਲ ਆ, ਹੁਣ ਉਹ ਇਨਪੁਟ ਕਾਸਟ ਦਾ ਹਿੱਸਾ ਆ, ਉਹ 4500 ਰੁਪਈਆ ਪਰ ਤੁਸੀਂ ਚਾਹੇ ਉਹ ਸਟੇਟ ਗਵਰਨਮੈਂਟ ਡੀਜ਼ਲ ਦੇ ਉੱਤੇ ਜਿਹੜੇ ਟੈਕਸ ਲਾਉਂਦੀ ਹੈ ਚਾਹੇ ਉਹਦੇ 'ਚ ਘਟਾ ਦੇਵੇ, ਚਾਹੇ ਸੈਂਟਰ ਗਵਰਨਮੈਂਟ ਘਟਾ ਦੇਵੇ, ਉਹ ਹਿੱਸਾ ਉਹਦੇ ਵਿੱਚ ਮਰਜ ਕਰ ਦੇਣ ਔਰ ਫਾਰਮਰ ਦੇ ਲਈ ਈਜ਼ ਆਫ ਡੂਇੰਗ ਜਿਹੜੀ ਇਸ ਮੁੱਦੇ ਦੇ ਉੱਤੇ ਹੋਵੇ। ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਜੇ 20 ਸਾਲ ਪਹਿਲਾਂ ਅੱਗ ਨਹੀਂ ਸੀ ਲਾਉਂਦਾ ਉਹ ਹੁਣ ਵੀ ਨਹੀਂ ਲਾਉਣਗੇ। ਔਰ ਦੂਸਰਾ ਇੰਪਲੀਮੈਂਟੇਸ਼ਨ, ਸਾਡੇ ਤਕਰੀਬਨ 35% ਫਾਰਮਰ ਆ ਜਿਹੜਾ ਹੁਣ ਉਹ ਅੱਗ ਨਹੀਂ ਲਾਉਂਦਾ, ਪਰ ਉਹਦਾ ਇੱਕ ਸਵਾਲ ਹੈ, ਉਹ ਕਹਿੰਦਾ ਵੀ ਮੈਂ ਨਹੀਂ ਅੱਗ ਲਾਈ ਪਰ ਮੇਰੇ ਆਲੇ ਦੁਆਲੇ ਸਾਰੇ ਕਿੱਲੇ ਵਾਲਿਆਂ ਨੇ ਲਾਈ। ਕੋਈ ਕਾਂਗਰਸ ਨਾਲ ਲੱਗਦਾ ਹੈ, ਕੋਈ ਰੂਲਿੰਗ ਪਾਰਟੀ ਨਾਲ ਹੈਗਾ, ਕਿਸੇ ਦਾ ਪੁਲਿਸ ਵਾਲਾ ਕੋਈ ਵਾਕਫ ਆ, ਉਹ ਇੱਕ ਐਟੀਟਿਊਡ ਵੀ ਹੈਗਾ। ਉਹ ਇਹ ਕਿਸਾਨ ਦਾ, ਮੈਂ ਵੀ ਇੱਕ ਕਿਸਾਨ ਪਰਿਵਾਰ ਤੋਂ ਆਉਣਾ ਆ, ਇੱਕ ਸਿੱਧਾ ਜਿਹਾ ਫਾਰਮੂਲਾ ਆ, ਕਹਿੰਦੇ ਜੇ ਸਾਰਿਆਂ 'ਤੇ ਲਾਗੂ ਪੱਕਾ ਬਰਾਬਰ ਕਰ ਦੋਗੇ ਕੋਈ ਵੀ ਨਹੀਂ ਅੱਗ ਲਾਊਗਾ। ਇਹ ਨਿੱਕੀ ਜੀ ਗੱਲ ਜਿਹੜੀ ਆ ਸਰਕਾਰ ਦੇ ਜਿਹੜੇ ਪੱਲੇ ਨਹੀਂ ਪੈਂਦੀ। ਇਹ 2 ਸਾਲ ਪਹਿਲਾਂ ਇਹਨਾਂ ਨੇ ਸੋਹਣਾ ਹੱਲ ਕੀਤਾ ਸੀ, ਹੁਣ ਚੋਣਾਂ ਆ ਗਈਆਂ ਇਹ ਵੀ ਢਿੱਲੇ ਪੈ ਜਾਂਦੇ ਆ। ਤੇ ਜਦੋਂ ਸਾਰਿਆਂ ਦਾ ਇਕੱਠਾ ਡਿਸੀਜਨ ਲੈਣਾ ਆ, ਵਿਲ ਪਾਵਰ ਦੀ ਕਮੀ ਜਿਹੜੀ ਆ ਸਰਕਾਰ ਦੇ ਵਿੱਚ ਵੀ ਜਿਹੜੀ ਆ ਹੈਗੀ ਆ। ਮੈਮ ਕੀ ਲੱਗਦਾ ਹੈ ਹੁਣ ਤੱਕ ਦੀ ਪ੍ਰਾਪਤੀ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ, ਲੋਕਾਂ ਨੂੰ ਵੀ ਸੁਝਾਅ ਦਿੱਤੇ ਜਾਂਦੇ ਨੇ, ਉਹਨਾਂ ਨੂੰ ਅਵੇਅਰ ਕੀਤਾ ਜਾਂਦਾ, ਕੀ ਪ੍ਰਾਪਤੀ ਹੈ ਹੁਣ ਤੱਕ ਦੀ ਤੁਹਾਡੀ? ਦੇਖੋ ਜੀ, ਸਾਡੀ ਪ੍ਰਾਪਤੀ ਜਿਹੜੀ ਹੈ ਉਹ ਅਸੀਂ ਇੰਜ ਨਹੀਂ ਮੰਨਾਂਗੇ, ਇਟਸ ਅ ਟੀਮ ਐਫਰਟ। ਇਹ ਸਾਰਾ ਕਲੀਨ ਏਅਰ ਪੰਜਾਬ ਜਿਹੜਾ ਕਲੈਕਟਿਵ ਹੈ, ਕੋਈ RTI ਦੇ ਉੱਪਰ ਕੰਮ ਕਰ ਰਿਹਾ ਹੈ, ਕੋਈ ਕਿਸਾਨਾਂ ਨਾਲ ਕੰਮ ਕਰ ਰਿਹਾ ਹੈ, ਕੋਈ ਸਕੂਲੀ ਬੱਚਿਆਂ ਤੇ ਕਾਲਜ ਦੇ ਬੱਚਿਆਂ ਨਾਲ ਕੰਮ ਕਰ ਰਿਹਾ ਹੈ। ਸੋ ਵੀ ਆਰ ਬ੍ਰਿੰਗਿੰਗ ਚੇਂਜ। ਸਾਡਾ ਮੁੱਦਾ ਸਾਡਾ ਜਿਹੜਾ ਮੇਨ ਪਰਪਸ ਹੈ ਉਹ ਚੇਂਜ ਨੂੰ ਲਿਆਉਣਾ ਤੇ ਪੰਜਾਬ ਦਾ ਜਿਹੜਾ ਹਰਾ ਭਰਾ ਪੰਜਾਬ ਨੂੰ ਬਣਾਉਣ ਦਾ ਸੁਪਨਾ ਹੈ ਉਹਨੂੰ ਸਾਕਾਰ ਕਰਨਾ ਹੈ। ਉਹਦੇ ਲਈ ਸਾਨੂੰ ਜਿੰਨੀ ਵਾਰੀ ਮਰਜ਼ੀ ਸੜਕਾਂ 'ਤੇ ਆਉਣਾ ਪਏ, ਜਿੰਨੀ ਵਾਰੀ ਮਰਜ਼ੀ ਸਰਕਾਰ ਦਾ ਦਰਵਾਜ਼ਾ ਖੜਕਾਉਣਾ ਪਏ ਤੇ ਜਿੰਨੀ ਵਾਰੀ ਮਰਜ਼ੀ ਲੋਕਾਂ ਨੂੰ ਸੁਚੇਤ ਕਰਨ ਲਈ ਐਫਰਟਸ ਕਰਨੀਆਂ ਪੈਣ, ਅਸੀਂ ਉਸ ਤੋਂ ਗੁਰੇਜ਼ ਨਹੀਂ ਕਰਨਾਂਗੇ। ਸੋ ਕਹਿ ਸਕਦੇ ਹਾਂ ਕਿ ਵੀ ਜੋ ਇਹ ਮੁੱਦਾ ਹੈਗਾ ਵਾ ਪ੍ਰਦੂਸ਼ਣ ਦਾ, ਚਾਹੇ ਉਹ ਪਾਣੀ ਗੰਦਲੇ ਹੋ ਰਹੇ ਨੇ, ਚਾਹੇ ਸਾਡਾ ਹਵਾ ਦੇ ਵਿੱਚ ਪ੍ਰਦੂਸ਼ਣ ਫੈਲ ਚੁੱਕਿਆ, ਚਾਹੇ ਉਹ ਨੋਇਜ਼ ਪੋਲਿਊਸ਼ਨ ਹੈਗਾ, ਇਹ ਇੱਕ ਬੰਦਾ ਇਹਨੂੰ ਕੰਟਰੋਲ ਨਹੀਂ ਕਰ ਸਕਦਾ। ਇਹ ਸਾਂਝੇ ਰੂਪ ਤੇ ਵਿੱਚ ਕੰਮ ਕਰਾਂਗੇ ਫਿਰ ਹੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ। ਇਹਦੇ ਵਿੱਚ ਸਰਕਾਰਾਂ ਦਾ ਵੀ ਸਾਥ ਚਾਹੀਦਾ ਹੈ, ਇੱਕ ਵਿਅਕਤੀ ਦਾ ਸਾਥ ਚਾਹੀਦਾ ਹੈ, ਆਰਗੇਨਾਈਜੇਸ਼ਨਸ ਜੋ ਲੱਗੀਆਂ ਹੋਈਆਂ ਨੇ ਪੁਰਾਣੇ ਸਮੇਂ ਤੋਂ, ਜਾਂ ਸਕੂਲ ਲੈਵਲ ਦੀ ਗੱਲ ਕਰ ਲਈਏ ਉੱਥੋਂ ਚੱਲੀਆਂ ਹੋਈਆਂ ਨੇ, ਉਦੋਂ ਉਹਨਾਂ ਸਾਰਿਆਂ ਦਾ ਇੱਕ ਸਾਂਝੇ ਰੂਪ ਤੇ ਅਸੀਂ ਇੱਕੋ ਝੰਡੇ ਹੇਠਾਂ ਇਕੱਠੇ ਹੋਈਏ ਫਿਰ ਹੀ ਜਿਹੜਾ ਹੈਗਾ ਪ੍ਰਦੂਸ਼ਣ ਤੇ ਅਸੀਂ ਕਾਬੂ ਪਾ ਸਕਦੇ ਹਾਂ। ਇਹਨਾਂ ਚੀਜ਼ਾਂ ਦਾ ਪ੍ਰਗਟਾਵਾ ਕੀਤਾ ਗਿਆ। ਤੁਸੀਂ ਬਣੇ ਰਹੋ ਜਗਬਾਣੀ TV ਦੇ ਨਾਲ। ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ।